those opposing India's name change can leave the country. BJP leader Dileep Ghosh. Bengal साडी हुकूमत बनी will remove statues of foreigners in Kolkata once BJP comes to power. इंडिया वाले ਜਿਹੜੇ ਕੋਈ ਇਹ ਨਹੀਂ ਹੈ ਵੀ ਉਹਨਾਂ ਦੀ ਦੇਸ਼ ਭਗਤੀ ਘੱਟ ਹੈ, ਉਹ ਤਾਂ ਹਿੰਦੂ ਨੇ ਬਹੁਤੇ ਜਿਹੜੇ ਇਸ ਤੇ ਡਿਬੇਟ, ਮੁਸਲਮਾਨ ਸਿੱਖ ਤਾਂ ਉਹੀ ਖੁੰਝੇ ਲੱਗੇ ਹੋਏ ਨੇ। ਹੁਣ ਉਹਦੇ 'ਚ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਇਹ ਤੁਸੀਂ ਜੇ ਤੁਹਾਨੂੰ ਇਸ ਦੇ ਉੱਤੇ ਇਤਰਾਜ਼ ਹੈ ਵੀ ਇਹਦਾ ਨਾਂ ਭਾਰਤ ਕਿਉਂ ਰੱਖਣਾ ਤੇ ਇੱਥੋਂ ਤੁਸੀਂ ਜਿਹੜੇ ਹੈ ਲੀਵ ਦਾ ਕੰਟਰੀ। DMK's Tamil Nadu Minister Umayadi Stalin Monday posted a picture of mosquito coil on the social media. No caption was given, but keeping in mind his earlier statement, the reference and stance that not only was he not backing down on his statement, but rubbing it in was clear. ਉਹਨਾਂ ਨੂੰ ਤਾਂ ਸੀ ਜੀ ਮਾਫੀ ਮੰਗੇ ਤਾਂ ਉਹਨੇ ਕਿਹਾ ਜੀ ਮਾਫੀ ਦਾ ਕੀ ਮੰਗਣੀ ਹੈ, ਉਹਨੇ ਮੱਛਰ ਭਜਾਉਣ ਵਾਲਾ ਜਿਹੜੀ ਹੈ ਉਹ ਕੋਇਲ ਦੀ ਵੀ ਫੋਟੋ ਲਾ ਦਿੱਤੀ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਾਲ ਤੋਂ ਜਿਹੜੇ BJP ਦੇ ਮੈਂਬਰ ਪਾਰਲੀਮੈਂਟ ਦਲੀਪ ਕੌਸ਼ ਨੇ ਕਿਹਾ ਹੈ ਕਿ ਇੰਡੀਆ ਦਾ ਨਾਮ ਭਾਰਤ ਕੀਤਾ ਜਾਵੇਗਾ। ਜਿਨ੍ਹਾਂ ਨੂੰ ਇਸ ਨਾਲ ਸਮੱਸਿਆ ਹੈ ਅਤੇ ਉਹ ਇੰਡੀਆ ਲਫ਼ਜ਼ ਨੂੰ ਪਿਆਰ ਕਰਦੇ ਨੇ ਉਹ ਭਾਰਤ ਛੱਡ ਕੇ ਜਾ ਸਕਦੇ ਨੇ। ਔਰ ਇਸ ਤੋਂ ਇਲਾਵਾ DMK ਲੀਡਰ ਸਟਾਲਨ ਵੱਲੋਂ ਸਨਾਤਨ ਧਰਮ ਦੇ ਜਿਹੜੇ ਖਿਲਾਫ ਚੁੱਕੀ ਗਈ ਆਵਾਜ਼ ਦੀ ਗੂੰਜ ਅਜੇ ਤੱਕ ਵੀ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ ਦਿਨਾਂ 'ਚ ਤਮਿਲਨਾਡੂ ਦੇ ਚੀਫ ਮਿਨਿਸਟਰ ਸਟਾਲਨ ਜਿਹੜਾ ਕਰੁਣਾਨਿਧੀ ਦਾ ਬੇਟਾ ਹੈ ਉਸ ਦਾ ਅੱਗੋਂ ਬੇਟਾ ਉਦੈਨਿਧੀ ਸਟਾਲਨ ਜਿਹੜਾ ਮਿਨਿਸਟਰ ਵੀ ਹੈ ਉਸਨੇ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਟੂ ਸਟਰ ਦਾ ਹਾਰਨੇਟਸ ਨੈਸਟ, ਅਸੀਂ ਕਹਿੰਦੇ ਹਾਂ ਕਿ ਵੀ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਲਾਤਾ, ਕਿਉਂਕਿ ਉਹਨੇ ਜਦੋਂ ਇੱਕ ਸੈਮੀਨਾਰ ਦੇ ਵਿੱਚ ਬੋਲਦਿਆਂ ਕਿਹਾ ਕਿ ਵੀ ਇਹ ਜਿਹੜਾ ਸਨਾਤਨ ਧਰਮ ਹੈ ਇਹ ਜਦੋਂ ਤੱਕ ਇਸ ਦਾ ਸਰਵਨਾਸ਼ ਨਹੀਂ ਕੀਤਾ ਜਾਂਦਾ, ਜਿਵੇਂ ਉਹਨੇ ਕਿਹਾ ਵੀ ਮਲੇਰੀਆ ਨੂੰ ਖਤਮ ਕਰਨਾ ਤੇ ਮੱਛਰ ਨੂੰ ਮਾਰੋ, COVID-19 ਵਰਗੀ ਵਾਇਰਸ, ਤੇ ਇਹ ਜਿਹੜਾ ਹੈ ਉਦੋਂ ਤੱਕ ਨਾ ਲੋਕਾਂ ਦੇ ਵਿੱਚ ਬਰਾਬਰੀ ਵਾਲਾ ਸਮਾਜ ਆ ਸਕਦਾ ਹੈ ਤੇ ਨਾ ਐਗਜ਼ਿਸਟ ਕਰ ਸਕਦਾ। ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਦੇ ਮਿਸਟਰ ਏ ਰਾਜਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਨੇ ਕਿਹਾ ਜੀ ਇਕੱਲਾ COVID-19 ਜਾਂ ਮਲੇਰੀਆ ਜਾਂ ਕੋਈ ਇਸ ਕਿਸਮ ਦਾ ਨਹੀਂ ਹੈ, ਇਹ ਤਾਂ ਬਹੁਤ ਖਤਰਨਾਕ ਕੋੜ ਹੈ ਲੈਪਰੋਸੀ, ਇਹਨੂੰ ਖਤਮ। ਹਾਲਾਂਕਿ ਮੈਨੂੰ ਇਹ ਲੱਗਦਾ ਸੀ ਵੀ ਜਿਸ ਅੰਦਾਜ਼ ਦੇ ਵਿੱਚ ਇਹ ਬੋਲ ਰਹੇ ਨੇ ਵੀ ਇਹ ਤਾਂ ਇਹਨਾਂ ਦਾ ਸੰਘ ਉੱਡ ਦੇਣਗੇ, ਗਵਰਨਮੈਂਟ ਡਿਸਮਿਸ ਕਰ ਦੇਣਗੇ ਤਮਿਲਨਾਡੂ ਦੀ ਜਾਂ ਬਾਹਰ ਨਿਕਲ ਆਉਣਗੇ ਹਿੰਦੂ। ਹਾਲਾਂਕਿ 230 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਐਕਸ ਬਿਊਰੋਕਰੈਟ, ਕੋਈ IAS, ਕੋਈ ਦੂਜੇ, ਉਹਨਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖੀ ਕਿ ਜੀ ਦੇਖੋ ਇਹ ਤਾਂ ਸਨਾਤਨ ਧਰਮ ਦੇ ਉੱਤੇ ਹਮਲਾ ਕਰਤਾ ਇਹਨਾਂ ਨੇ ਔਰ ਇਹਨੂੰ ਜਿਹੜਾ ਨੱਥ ਪਾਓ, ਉਹਨੂੰ ਕਰੋ ਸੁਪਰੀਮ, ਇਹਦਾ ਲਾਅ ਜੀ ਤੁਸੀਂ ਸੂ ਮੋਟੋ ਨੋਟਿਸ ਲਓ। ਲੇਕਿਨ ਮੈਨੂੰ ਹੈਰਾਨੀ ਵੀ ਹੈ ਔਰ ਖੁਸ਼ੀ ਵੀ ਹੈ, ਹੈਰਾਨੀ ਘੱਟ ਹੈ, ਖੁਸ਼ੀ ਇਸ ਗੱਲ ਦੀ ਹੈ ਕਿਉਂਕਿ ਬਹੁਤ ਸਾਰੀਆਂ ਔਰ ਇਹਦੇ 'ਚ ਇਸ ਮਾਮਲੇ 'ਚ ਗਲਤ ਲੀਡਰਸ਼ਿਪ ਦਾ ਇੱਕ ਹਿੱਸਾ ਜਿਹੜਾ ਬੁੱਧ ਧਰਮ ਨਾਲ ਜੁੜਿਆ ਹੈ ਉਹ ਬੜਾ ਖੁੱਲ੍ਹ ਕੇ ਸਟਾਲਿਨ ਦੇ ਹੱਕ 'ਚ ਆਏ ਔਰ ਈਵਨ ਕੋਈ ਵੀ ਤਮਿਲਨਾਡੂ ਦੇ ਵਿੱਚੋਂ ਜਾਂ ਦੂਜਾ ਉੱਥੇ ਉਹਨਾਂ ਦੇ ਹੋਰ ਸਪੋਰਟ 'ਚ ਲੋਕ ਨਿਕਲੇ, ਕੋਈ ਵਿਰੋਧ ਦੀ ਲਾਈਨ ਨਹੀਂ। ਔਰ ਬਹੁਤ ਸਾਰੇ ਸੋਸ਼ਲ ਨੈਟਵਰਕ ਦਿੱਲੀ 'ਚ ਵੀ ਜਿਹਨੂੰ ਆਮ ਆਦਮੀ ਪਾਰਟੀ ਨੇ ਮਿਨਿਸਟਰੀ ਤੋਂ ਹਟਾਇਆ ਸੀ ਕਿ ਜੀ ਉਹਨੇ ਬੁੱਧ ਧਰਮ ਦੀਆਂ 22 ਵਾਉਜ਼ ਜਿਹੜੀਆਂ ਨੇ ਜਿਹਦੇ 'ਚ ਆ ਕੇ ਵੇਦ ਸ਼ਾਸਤਰਾਂ ਨੂੰ ਨਹੀਂ ਮੰਨਣਾ, ਬੁੱਤਾਂ ਨੂੰ ਤੋੜੋ, ਉਹ ਵੀ ਹਮਾਇਤ 'ਚ ਨਿਕਲੇ ਔਰ ਬਹੁਤ ਸਾਰੀ ਹਮਾਇਤ ਨਿਕਲ ਰਹੀ ਹੈ। ਔਰ ਇਹੀ ਕਾਰਨ ਸੀ ਵੀ ਇਹਨਾਂ ਨੂੰ ਜਦੋਂ ਇਹ ਲੱਗਾ ਕਿ ਵੀ ਇਹ ਡਿਬੇਟ ਹੋਰ ਪਾਸੇ ਵੀ ਜਾ ਸਕਦੀ ਹੈ, BJP ਕਾਡਰ ਨੂੰ ਤਾਂ ਮੋਦੀ ਨੇ ਖੁਦ ਆਪਣੇ ਮਿਨਿਸਟਰਾਂ ਨੂੰ ਸੱਦ ਕੇ ਕਿਹਾ ਜੀ ਇਸ ਨੂੰ ਹੀ ਹਿੱਸਾ ਬਣਾਓ। ਲੇਕਿਨ ਐਟ ਦਾ ਸੇਮ ਟਾਈਮ ਇਹ ਦੂਸਰੀ ਡਿਬੇਟ ਵੀ ਸ਼ੁਰੂ ਕਰ ਚੁੱਕੇ ਸੀ ਭਾਰਤ ਵਰਸਸ ਇੰਡੀਆ, ਕਿਉਂਕਿ ਜਿਹੜਾ ਇਨਵੀਟੇਸ਼ਨ G20 ਵਾਲਿਆਂ ਨੂੰ ਗਿਆ ਰਾਸ਼ਟਰਪਤੀ ਵੱਲੋਂ ਉਸ ਦੇ ਉੱਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਸੀ। ਹੁਣ ਸਾਰੇ ਫੰਕਸ਼ਨ ਦਾ ਐਂਡ ਵੀ ਭਾਰਤ ਦੇ ਨਾਂ ਥੱਲੇ ਕੀਤਾ। ਹਾਲਾਂਕਿ ਮੋਦੀ ਐਂਡ ਕੰਪਨੀ ਨੇ ਸਨੱਬ ਕਰ ਦਿੱਤਾ ਇਹਨਾਂ ਨੂੰ ਕਿ ਭਾਰਤ ਵਾਲੀ ਡਿਬੇਟ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਕਾਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੈ ਕਿਉਂਕਿ ਉਹਦੀ ਬਿਗਨਿੰਗ ਹੀ ਇਹ ਹੈ ਕਿ ਇੰਡੀਆ ਦੈਟ ਇਜ਼ ਆਲਸੋ ਭਾਰਤ, ਜੋ ਇਹ ਤਾਂ ਕਾਨਸਟੀਟਿਊਸ਼ਨ ਦੀ ਜਿਹੜੀ ਹੈ ਉਹ ਉਲੰਘਣਾ ਹੋਏਗੀ।
ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਇੱਕ ਵਾਰ ਸੱਪ ਪਟਾਰੀ 'ਚੋਂ ਛੱਡ ਦਿਓ ਤੇ ਦੂਸਰੇ ਜਿਹੜੇ ਤੁਹਾਡੇ ਨਿੱਕੇ ਮਦਾਰੀ ਹੁੰਦੇ ਨੇ ਉਹਨਾਂ ਨੇ ਵੀ ਜਿਹੜੇ ਪਟਾਰੀ 'ਚੋਂ ਸੱਪ ਛੱਡੇ ਹੁੰਦੇ ਨੇ ਫਿਰ ਸਾਰੇ ਤਾਂ ਵਾਪਸ ਪਾਉਣੇ ਔਖੇ ਹੁੰਦੇ ਨੇ। ਹੁਣ ਪਹਿਲਾਂ ਅਸੀਂ ਇਹ ਦੋਨੋਂ ਇਸ਼ੂਜ਼ ਕਿਉਂਕਿ ਮੈਂ ਸਾਈਮਲਟੇਨੀਅਸਲੀ ਦੇਖ ਰਿਹਾ ਕਿਉਂਕਿ ਉਹਦੇ 'ਚ ਇੱਕ ਤਾਂ ਇਹਨਾਂ ਦਾ ਬੀਜੇਪੀ ਦਾ ਐਮਪੀ ਹੈ ਕਿਸੇ ਵੇਲੇ ਬੰਗਾਲ ਦੀ ਬੀਜੇਪੀ ਦਾ ਪ੍ਰਧਾਨ ਵੀ ਰਿਹਾ ਦਲੀਪ ਘੋਸ਼, ਉਹਨੇ ਬਿਆਨ ਦਿੱਤਾ ਹੈ ਕਿ those opposing India's name change can leave the country। ਬੀਜੇਪੀ ਲੀਡਰ ਦਲੀਪ ਘੋਸ਼ ਫਿਰ ਉਹ ਕਹਿੰਦਾ ਜੀ ਜੇ ਸਾਡੇ ਕੋਲ ਬੰਗਾਲ 'ਚ ਸਾਡੀ ਹਕੂਮਤ ਬਣੀ will remove statues of foreigners in Kolkata once BJP comes to power। ਹੁਣ ਇਸ 'ਚ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਇਹ ਹੈ ਦਲੀਪ ਘੋਸ਼ ਦੀ ਕਿ ਵੀ ਇੰਡੀਆ ਵਿਲ ਬੀ ਰੀਨੇਮਡ ਭਾਰਤ ਐਂਡ ਦੋਜ਼ ਅਪੋਜ਼ਿੰਗ ਇਟ ਆਰ ਫ੍ਰੀ ਟੂ ਲੀਵ ਦਾ ਕੰਟਰੀ। ਇਹ ਇਵੇਂ ਹੀ ਹੈ ਜਿਵੇਂ ਜਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਸੀ ਤੇ ਇਹੀ ਗੱਲ ਨਹਿਰੂ ਕਹਿੰਦਾ ਸੀ ਕਿ ਜੇ ਸਿੱਖਾਂ ਨੂੰ ਇੰਨਾ ਹੀ ਹੈ ਤੇ ਜਾਓ ਜਿੱਥੋਂ ਆਇਓ ਤੁਸੀਂ ਪਾਕਿਸਤਾਨ ਜਾਓ। ਰਾਜੀਵ ਗਾਂਧੀ ਨੇ 1985 ਚ ਜਦੋਂ ਉਹ ਆਇਆ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ ਡੀਸੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਸੀ, ਪਿੱਛੇ 2 ਸਿੱਖ ਵੀ ਪਹੁੰਚ ਗਏ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ ਤੇ ਉਹ ਉਸੇ ਹੀ ਪ੍ਰੈਸ ਕਾਨਫਰੰਸ ਕਹਿ ਰਿਹਾ ਕਿ ਜੇ ਤੁਸੀਂ ਖਾਲਿਸਤਾਨ ਲੈਣਾ ਹੈ ਤੇ ਪਾਕਿਸਤਾਨ ਜਾਓ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਦੇ ਵਿੱਚ ਸੀ। ਹੁਣ ਤੱਕ ਤਾਂ ਸਿੱਖਾਂ ਨੂੰ ਮੁਸਲਮਾਨਾਂ ਨੂੰ ਜਾਂ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਨੂੰ ਹੋਲੀ ਸਿਟੀ ਔਰ ਸਮੋਕਿੰਗ ਡਰਿੰਕਿੰਗ ਤੇ ਪਾਬੰਦੀ ਦੀ ਲਿਕਰ ਸ਼ਾਪਸ ਤੇ ਮੰਗ ਕੀਤੀ ਤੇ ਉਹਨਾਂ ਨੇ ਨਾਅਰੇ ਲਾਏ ਸ਼ਹਿਰ 'ਚ ਖਲੋ ਕੇ ਹਜ਼ਾਰਾਂ ਦੇ ਹਿੰਦੂ ਇਕੱਠ ਸਿਗਰਟਾਂ ਪੀਂਦੇ ਆ ਕਿ ਕੱਚ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਇਹ ਸਿੱਖਾਂ ਮੁਸਲਮਾਨਾਂ ਨੂੰ ਤਾਂ ਇਹ ਆਦਤ ਪਈ ਹੋਈ ਹੈ ਸੁਣਨ ਦੀ ਕਿ ਪਾਕਿਸਤਾਨ ਜਾਓ। ਲੇਕਿਨ ਹੁਣ ਈਵਨ ਜਿਹੜੇ ਇੰਡੀਆ ਲਫ਼ਜ਼ ਦੀ ਐਡਵੋਕੇਸੀ ਕਰਦੇ ਨੇ ਉਹੀ ਜਿਹੜਾ ਜਦੋਂ ਤੁਸੀਂ ਉਹ ਹੁੰਦਾ ਨਾ ਕਿ ਵੀ ਜਦੋਂ ਤੁਸੀਂ ਆਪਣਿਆਂ ਪਹਿਲਾਂ ਸਮਝਦੇ ਹੋ ਜੀ ਕਿ ਵੀ ਇਹਨੇ ਕੁੱਤੇ ਨੇ ਫਲਾਣੇ ਨੂੰ ਬਾਈਟ ਕੀਤਾ ਹੈ ਜਾਂ ਉਹਨੂੰ ਜਦੋਂ ਤੁਹਾਡੀ ਲੱਤ ਫੜ ਲੈਂਦਾ। ਹੁਣ ਇਹ ਇੰਡੀਆ ਵਾਲੇ ਜਿਹੜੇ ਕੋਈ ਇਹ ਨਹੀਂ ਹੈ ਵੀ ਉਹਨਾਂ ਦੀ ਦੇਸ਼ ਭਗਤੀ ਘੱਟ ਹੈ, ਉਹ ਤਾਂ ਹਿੰਦੂ ਨੇ ਬਹੁਤੇ ਜਿਹੜੇ ਇਸ ਦੇ ਡਿਬੇਟ, ਮੁਸਲਮਾਨ ਸਿੱਖ ਤਾਂ ਉਹੀ ਖੁੰਝੇ ਲੱਗੇ ਹੋਏ ਨੇ। ਹੁਣ ਉਹਦੇ 'ਚ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਇਹ ਤੁਸੀਂ ਜੇ ਤੁਹਾਨੂੰ ਇਸ ਦੇ ਉੱਤੇ ਇਤਰਾਜ਼ ਹੈ ਵੀ ਦਾ ਨਾਂ ਭਾਰਤ ਕਿਉਂ ਰੱਖਣਾ ਤੇ ਇੱਥੋਂ ਤੁਸੀਂ ਜਿਹੜੇ ਹੈ ਲੀਵ ਦਾ ਕੰਟਰੀ। ਉਹ ਨਾਲ ਦੀ ਨਾਲ ਉਹਨੇ ਕਿਹਾ ਜੀ ਸਾਡੀ ਬਣ ਲੈਣ ਦਿਓ ਸਰਕਾਰ, ਅਸੀਂ ਸਾਰੇ ਜਿਹੜੇ ਬੁੱਤ ਬੱਤ ਲੱਗੇ ਹੋਏ ਨੇ ਕਲਕੱਤੇ ਦੇ ਵਿੱਚ ਆ ਰਹੇ ਅੰਗਰੇਜ਼ਾਂ ਦੇ ਵੀ ਨੇ ਮੁਗਲ ਪੀਰੀਅਡ ਦੇ ਵੀ ਨੇ ਇਹ ਜਿਹੜੇ ਨੇ ਉਹ ਸਾਰੇ ਨੂੰ ਅਸੀਂ ਹਟਾ ਦੇਵਾਂਗੇ। ਔਰ ਨਾਲ ਦੀ ਨਾਲ ਇਸ ਦੇ ਉੱਤੇ ਦੂਸਰਾ ਪੱਖ ਜਿਹੜਾ ਮਿਸਟਰ ਉਦੈਨਿਧੀ ਸਟਾਲਨ ਨੇ ਜਿਹੜੀ ਲਾਈਨ ਲਈ ਕਿ ਜੀ ਇਹ ਸਨਾਤਨ ਧਰਮ ਮਲੇਰੀਆ ਔਰ ਕੋਵਿਡ ਹੈ ਔਰ ਡੇਂਗੂ ਹੈ, ਉਹਨੇ ਹੁਣ ਇੱਕ ਹੋਰ ਸਨਾਤਨ ਧਰਮ ਉਦੈਨਿਧੀ ਸਟਾਲਿਨ ਰਬਸ ਇਟ ਇਨ ਪੋਸਟ ਪਿਕਚਰ ਆਫ ਮੋਸਕੀਟੋ ਕੋਇਲ ਪਾਰਟ ਆਫ 2020। ਹੁਣ ਉਹਨੇ ਇੱਕ ਫੋਟੋ ਕੱਢੀ ਕਿ ਸੱਚਮੁੱਚ ਉਹ ਮਲੇਰੀਆ ਹੀ ਨਹੀਂ ਮੰਨਦਾ। ਉਹਨੇ ਇੱਕ ਉਹ ਹੁੰਦੀ ਸੀ ਬੱਤੀ ਜਿਹੀ ਗੋਲ ਦੀ ਜਿਹੜੀ ਮੱਛਰ ਦੌੜਾਉਣ ਲਈ, ਉਹਨੇ ਇੱਕ ਪਿਕਚਰ 'ਚ ਬੈਠਾ ਕਿ ਵੀ ਮੈਂ ਇਹ ਮਾਰ ਰਿਹਾ ਦੂਜਿਆਂ ਨੂੰ। ਸੋ ਮਤਲਬ ਇਹ ਹੈ ਵੀ ਉਹਨੂੰ ਕਾਫੀ ਸਪੋਰਟ ਉਹਨੇ ਕਿਹਾ ਕਿ ਚੈਲੰਜਿੰਗ ਇਟਸ ਹਿੰਦੂ ਕ੍ਰੈਡੈਂਸ਼ੀਅਲਸ। ਇਹ ਸਾਰੇ ਦੇ ਉੱਤੇ ਉਹਨੇ ਕਿਹਾ ਕਿ ਵੀ ਡੇਂਗੂ ਔਰ ਮਲੇਰੀਆ DMK ਤਮਿਲਨਾਡੂ ਮਿਨਿਸਟਰ ਉਦੈਨਿਧੀ ਸਟਾਲਿਨ ਨੂੰ ਮੰਡੇ posted a picture of mosquito coil on the social media. No caption was given, but keeping in mind his earlier statement, the reference and stance that not only was he not backing down on his statement, but rubbing it in was clear. ਉਹਨਾਂ ਨੂੰ ਤਾਂ ਸੀ ਜੀ ਮਾਫੀ ਮੰਗੇ ਤਾਂ ਉਹਨੇ ਕਿਹਾ ਜੀ ਮਾਫੀ ਦਾ ਕੀ ਮੰਗਣੀ ਹੈ, ਉਹਨੇ ਮੱਛਰ ਭਜਾਉਣ ਵਾਲਾ ਜਿਹੜੀ ਹੈ ਉਹ ਕੋਇਲ ਦੀ ਵੀ ਫੋਟੋ ਲਾ ਦਿੱਤੀ ਹੈ। ਸੋ ਆਉਣ ਵਾਲੇ ਪੀਰੀਅਡ 'ਚ ਇੰਟਰਸਟਿੰਗ ਹੋਏਗਾ। ਪਰ ਮੈਨੂੰ ਹੈਰਾਨੀ ਹੈ ਕਿ ਜਿਹੜੇ ਸਿੱਖ ਰੋਜ਼ਾਨਾ ਪੜ੍ਹਦੇ ਨੇ ਆਸਾ ਦੀ ਵਾਰ ਬੜੇ ਝੂਮ ਕੇ ਅਸੀਂ ਪੜ੍ਹਦੇ ਹਾਂ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਕਿਸੇ ਸਿੱਖ ਇੰਟੈਲੈਕਚੁਅਲ ਦਾ, ਕਿਸੇ ਸਿੱਖ ਪੋਲੀਟੀਕਲ ਲੀਡਰ ਦਾ, ਕਿਸੇ ਸਿੱਖ ਪੋਲੀਟੀਕਲ ਪਾਰਟੀ ਦਾ ਇਸ ਦੇ ਉੱਤੇ ਅਜੇ ਤੱਕ ਬਿਆਨ ਨਹੀਂ ਆਇਆ। ਉਹਨਾਂ ਨੂੰ ਠੋਕ ਕੇ ਕਹਿਣਾ ਚਾਹੀਦਾ ਹੈ ਕਿ ਭਾਈ ਇਹ ਜਿਹੜਾ ਸਨਾਤਨ ਧਰਮ ਜਿਹਨੂੰ ਇਹ ਕਹਿ ਰਹੇ ਨੇ ਇਹ ਬ੍ਰਾਹਮਣਵਾਦ ਹੈ ਔਰ ਜਦੋਂ ਤੱਕ ਬ੍ਰਾਹਮਣਵਾਦ ਐਗਜ਼ਿਸਟ ਕਰਦਾ ਸਮਾਜ 'ਚ ਬਰਾਬਰੀ ਹੋ ਹੀ ਨਹੀਂ ਸਕਦੀ। ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਦਾ ਮਤਲਬ ਹੀ ਇਨਇਕੁਆਲਿਟੀ ਹੈ ਔਰ ਇਹ ਇੱਕ ਮੌਕਾ ਹੈ ਕਿ ਆਵਾਜ਼ ਸਾਊਥ 'ਚੋਂ ਉੱਠੀ ਹੈ, ਡ੍ਰੈਵਿਡਨ ਨੇ ਉਠਾਈ ਹੈ ਔਰ ਇਸ ਵੇਲੇ ਬੁੱਧਿਸਟ ਔਰ ਦੂਸਰੇ ਲੋਕ ਜਿਹੜੇ ਨੇ ਆ ਕੇ
ਪਿੱਛੇ ਖਲੋਤੇ ਨੇ। ਔਰ ਹੋਰ ਵੀ ਮੈਂ ਈਵਨ ਨਾਰਥ 'ਚ ਵੀ ਦੇਖ ਰਿਹਾ ਸੀ ਇੰਡੀਪੈਂਡੈਂਟ ਮਾਈਂਡਡ ਕੁਝ ਹਿੰਦੂ ਜਿਹੜੇ ਇੰਟੈਲੈਕਚੁਅਲ ਨੇ, ਉਹਨੇ ਕਿਹਾ ਬਿਲਕੁਲ ਠੀਕ ਹੈ, ਸਨਾਤਨ ਧਰਮ ਕਿਹੜਾ ਧਰਮ ਹੈ? ਸਨਾਤਨ ਕਹੀ ਜਾਓ, ਸਨਾਤਨ ਦਾ ਮਤਲਬ ਐਨਸ਼ੀਐਂਟ ਹੈ। ਕਦੋਂ ਜੀ ਐਨਸ਼ੀਐਂਟ? ਅਸੀਂ ਪਹਿਲਾਂ ਤੋਂ ਹੀ ਆਏ ਸੀ। ਉਹਨੇ ਕਿਹਾ ਪਹਿਲਾਂ ਤੋਂ ਤਾਂ ਬਾਂਦਰ ਸੀਗੇ। ਹਾਂ, ਬ੍ਰਾਹਮਣ ਮਤ ਹੈ ਜਿਹਨੂੰ ਤੁਸੀਂ ਕਦੇ ਆਰੀਆਵਰਤ ਕਹਿ ਕੇ, ਕਦੇ ਸਨਾਤਨ ਕਹਿ ਕੇ, ਕਦੇ ਹਿੰਦੂਤਵਾ ਕਹਿ ਕੇ ਐਕਸਪਲੋਇਟ ਕਰਕੇ ਆਮ ਲੋਕਾਂ ਨੂੰ ਤੁਸੀਂ ਉੱਲੂ ਬਣਾ ਰਹੇ ਹੋ। ਤੁਸੀਂ ਜਿਹੜੇ ਹੋ, ਕੋਈ ਸਨਾਤਨ ਜਾਂ ਕੋਈ ਐਗਜ਼ਿਸਟ ਨਹੀਂ ਕਰਦਾ, ਬ੍ਰਾਹਮਣਵਾਦ ਹੈ। ਔਰ ਸਾਡੀ ਲੀਡਰਸ਼ਿਪ ਨੂੰ ਵੀ ਇਸ ਤੇ ਗੱਲ ਕਰਨ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।